ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 13ਵੇਂ ਭਾਗ ਵਿੱਚ ਸੁਣੋ ਸਾਮਰਾਜੀ ਲੋਕ ਰਾਜ ਦਾ ਪ੍ਰਸਾਰ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਗ ਇੱਕ ਮਹਾਂ ਠੱਗੀ ਹੈ। ਇਹ ਉਹ ਨਹੀਂ ਜੋ ਹਾਈ ਮਾਈ ਦੀ ਸਮਝ ਵਿੱਚ ਆ ਜਾਵੇ। ਪੂਰੀ ਵਾਕ ਵੀ ਕੇਵਲ ਕੁਝ ਕੁ ਅੰਦਰਲਿਆਂ ਨੂੰ ਹੁੰਦੀ ਹੈ। ਜੰਗ ਤੋਂ ਕੁਝ ਲੋਕ ਫਾਇਦਾ ਉਠਾਉਂਦੇ ਹਨ ਅਤੇ ਵਰਤੇ ਜਾਂਦੇ ਨੇ ਜਨ ਸਾਧਾਰਨ। ਮੇਰੀ ਸੋਚ ਇਹ ਹੈ ਕਿ ਸਾਨੂੰ ਕੇਵਲ ਆਪਣੀਆਂ ਸੀਮਾਵਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਹੋਰ ਕੁਝ ਨਹੀਂ। ਜੇ ਕੋਈ ਸਾਡੀ ਸਰਹੱਦ ਵੱਲ ਮੂੰਹ ਕਰੇਗਾ ਤਾਂ ਉਸ ਨੂੰ ਵੇਖ ਲਵਾਂਗੇ। ਸਮੱਸਿਆ ਇਹ ਹੈ ਕਿ ਘਰ ਅੰਦਰ ਡਾਲਰ ਦੀ ਕਮਾਈ 6% ਹੁੰਦੀ ਹੈ। ਇਸ ਲਈ ਇਹਨੂੰ ਕਾਹਲੀਆਂ ਪੈਂਦੀਆਂ ਹਨ, ਕਿਉਂਕਿ ਬਾਹਰ ਜਾ ਕੇ ਨਫਾ 100% ਹੁੰਦਾ ਹੈ। ਡਾਲਰ ਦੇ ਪਿੱਛੇ ਪਿੱਛੇ ਸਾਡਾ ਝੰਡਾ ਅਤੇ ਉਸ ਝੰਡੇ ਦੇ ਪਿੱਛੇ ਫੌਜ ਪਹੁੰਚ ਜਾਂਦੀ ਹੈ। ਪੈਸਾ ਬੈਂਕਰਾਂ ਦਾ ਲੱਗਿਆ ਹੁੰਦਾ ਹੈ। ਉਸ ਨੂੰ ਬਚਾਉਣ ਵਧਾਉਣ ਲਈ ਫੌਜਾਂ ਵਰਤੀਆਂ ਜਾਂਦੀਆਂ ਹਨ। ਲੜਾਈ ਕੇਵਲ ਦੋ ਹਾਲਤਾਂ ਵਿੱਚ ਜਾਇਜ਼ ਹੈ, ਇੱਕ ਆਪਣੇ ਘਰ ਦੀ ਰੱਖਿਆ ਲਈ ਅਤੇ ਦੂਜੇ ਆਪਣੇ ਸੰਵਿਧਾਨਕ ਹੱਕਾਂ ਲਈ। ਕਿਸੇ ਵੀ ਹੋਰ ਕਾਰਨ ਲੜਾਈ ਇੱਕ ਮਹਾਂ ਠੱਗੀ ਹੈ। ਫੌਜੀ ਜੁੰਡਲੀ ਦੇ ਮਦਾਰੀ ਥੈਲੇ ਅੰਦਰ ਕਿਸੇ ਛਲਾਵੇ ਹੱਥ ਸਫਾਈ ਦੀ ਕਮੀ ਨਹੀਂ। ਉਸ ਦੇ ਝੋਲੇ ਵਿੱਚ ਨਿਸ਼ਾਨਵਾਨ ਦੁਸ਼ਮਣ ਢੂੰਡਦੇ ਹਨ। ਲੱਠਬਾਜ਼ ਹਨ ਦੁਸ਼ਮਣ ਨੂੰ ਮਕਾਉਣ ਲਈ, ਸੋਚਵਾਨ ਹਨ ਜੰਗੀ ਤਿਆਰੀਆਂ ਲਈ, ਅਤੇ ਸਭਨਾਂ ਦੇ ਪਿੱਛੇ ਖੜਾ ਹੈ ਬਿਗ ਬੌਸ ਭਾਵ ਅੰਤਰਰਾਸ਼ਟਰੀ ਸਰਮਾਏਦਾਰੀ। ਇੱਕ ਫੌਜੀ ਦੇ ਮੂੰਹੋਂ ਅਜਿਹੀ ਤੁਲਨਾ ਸ਼ਾਇਦ ਜੱਚਦੀ ਨਾ ਹੋਵੇ, ਪਰ ਸੱਚ ਮੇਰੀ ਮਜਬੂਰੀ ਹੈ। ਮੈਂ ਜ਼ਿੰਦਗੀ ਦੇ 33 ਸਾਲ ਆਪਣੇ ਦੇਸ਼ ਦੀ ਸਭ ਤੋਂ ਫਰਤੀਲੀ ਫੌਜ, ਮੇਰੀ ਨਜ਼ਰ ਵਿੱਚ ਦੂਜੇ ਲੈਫਟੈਨੈਂਟ ਤੋਂ ਲੈ ਕੇ ਮੇਜਰ ਜਨਰਲ ਤੱਕ ਸੇਵਾ ਕੀਤੀ ਹੈ। ਇਸ ਵਿੱਚੋਂ ਬਹੁਤ ਸਮਾਂ ਮੈਂ ਬੈਂਕਰਾਂ ਅਤੇ ਵੱਡੇ ਵਪਾਰੀਆਂ ਲਈ ਇੱਕ ਉੱਚ ਪੱਧਰਾ ਲੱਠਬਾਜ਼ ਬਣ ਕੇ ਹੀ ਸੇਵਾ ਕੀਤੀ ਹੈ। ਸਰਮਾਏਦਾਰੀ ਲਈ ਮੈਂ ਇੱਕ ਮਹਾਂ ਗੁੰਡਾ ਸਾਂ। ਪਹਿਲਾਂ ਤਾਂ ਮੈਨੂੰ ਸੰਦੇਹ ਹੀ ਸੀ, ਪਰ ਹੁਣ ਮੈਨੂੰ ਯਕੀਨ ਹੈ। ਹੋਰ ਸਭਨਾਂ ਫੌਜੀਆਂ ਵਾਂਗੂ ਮੈਂ ਨੌਕਰੀ ਦੇ ਵੇਲੇ ਆਪਣੇ ਬਾਰੇ ਕਦੇ ਨਹੀਂ ਸੀ ਸੋਚਿਆ। ਸਦਾ ਉੱਪਰਲਿਆਂ ਦੇ ਹੁਕਮ ਹੀ ਸੁਣਦਾ ਅਤੇ ਮੰਨਦਾ ਰਿਹਾ। ਜਾਣੂ ਮੈਂ ਆਪਣੇ ਦਿਮਾਗ ਨੂੰ ਛਿੱਕੂ ਉੱਤੇ ਟੰਗਿਆ ਹੋਇਆ ਸੀ। ਨੌਕਰੀ ਸਮੇਂ ਹਰ ਫੌਜੀ ਦੇ ਨਾਲ ਇੰਜ ਹੀ ਵਾਪਰਦਾ ਹੈ। 1914 ਵਿੱਚ ਅਮਰੀਕਨ ਤੇਲ ਕੰਪਨੀਆਂ ਲਈ ਮੈਕਸੀਕੋ, ਖਾਸ ਕਰ ਟੈਂਪੀਕੋ ਦਾ ਇਲਾਕਾ ਕਾਬੂ ਕੀਤਾ। ਇਸ ਪਿੱਛੋਂ ਹੇਟੀ ਅਤੇ ਕਿਊਬਾ ਕਮਾਈ ਕਰਨ ਲਈ ਨੈਸ਼ਨਲ ਸਿਟੀ ਬੈਂਕ ਦੇ ਹਵਾਲੇ ਕੀਤਾ। ਵਾਲ ਸਟਰੀਟ ਬੈਂਕਰਾਂ ਅਤੇ ਸ਼ੇਅਰ ਬਾਜ਼ਾਰ ਦਾ ਗੜ੍ਹ ਦੀ ਸੇਵਾ ਲਈ ਕੇਂਦਰੀ ਅਮਰੀਕਨ ਦੇਸ਼ਾਂ ਨੂੰ ਲੁੱਟਿਆ। ਮਹਾਂ ਠੱਗੀਆਂ ਦਾ ਇਤਿਹਾਸ ਲੰਮਾ ਹੈ। 1909 ਤੋਂ 1912 ਵਿੱਚ ਮੈਂ ਬਰਾਊਨ ਬ੍ਰਦਰਜ਼ ਬੈਂਕਰਾਂ ਲਈ ਨਿਕਾਰਗੁਆ ਕਾਬੂ ਕੀਤਾ। 1916 ਵਿੱਚ ਡੋਮਿਨੀਕਨ ਰਿਪਬਲਿਕ ਖੰਡ ਅਜ਼ਾਰੇਦਾਰਾਂ ਦੇ ਹਵਾਲੇ ਕੀਤਾ। ਚੀਨ ਅੰਦਰ ਸਟੈਂਡਰਡ ਆਇਲ ਕੰਪਨੀ ਦੀ ਸੇਵਾ ਸੰਭਾਲ ਕੀਤੀ। ਉਦੋਂ ਵੀ ਮੇਰੇ ਕਈ ਸਾਥੀ ਕਹਿੰਦੇ ਹੁੰਦੇ ਸਨ ਕਿ ਅਸੀਂ ਇੱਕ ਮਹਾਂ ਠੱਗੀ ਵਿੱਚ ਸ਼ਰੀਕ ਹਾਂ। ਹੁਣ ਜਦ ਮੈਂ ਸਭ ਕੁਝ ਜਾਣਦਾ ਹਾਂ ਤਾਂ ਮੈਨੂੰ ਇੰਜ ਲੱਗਦਾ ਹੈ ਅਲ ਕਪੋਨੇ ਦੇ ਮਾਫੀਆ ਨੂੰ ਮੈਂ ਕਈ ਗੁਰ ਸਿਖਾ ਸਕਦਾ। ਇਹ ਨੇ ਮੇਜਰ ਜਨਰਲ ਸਮੈਂਡਲੇ ਬਟਲਰ ਦੀ 1933 ਵਿੱਚ ਦਿੱਤੀ ਤਕਰੀਰ ਵਿੱਚੋਂ ਕੁਝ ਕੁ ਅੰਸ਼। ਕੇਂਦਰੀ ਅਮਰੀਕਨ ਅਤੇ ਕੈਰੇਬੀਆਨੀ ਟਾਪੂਆਂ ਨੂੰ ਬੇਨਾਨਾ ਰਿਪਬਲਿਕਸ ਜਾਂ ਕੇਲਾ ਦੇਸ਼ ਕਿਹਾ ਜਾਂਦਾ ਸੀ, ਕਿਉਂਕਿ ਹੋਰ ਅਮਰੀਕੀ ਲਾਭਾਂ ਤੋਂ ਇਲਾਵਾ ਇਹਨਾਂ ਦਾ ਮੁੱਖ ਕੰਮ ਹੁੰਦਾ ਸੀ ਅਮਰੀਕਾ ਲਈ ਕੇਲੇ ਪੈਦਾ ਕਰਨੇ। ਨੋਟ: ਬੇਅੰਤ ਜ਼ਰੂਰੀ ਹੈ ਕਿ ਭੂਗੋਲ ਨਾਲ ਰਤਾ ਮਾਸਾ ਦੋਸਤੀ ਹੋਵੇ, ਤਾਂ ਜੋ ਪਤਾ ਲੱਗੇ ਕਿ ਕਿੱਥੇ ਕੀ ਹੋ ਰਿਹਾ ਹੈ ਅਤੇ ਕਿਵੇਂ ਕੁੱਲ ਦੁਨੀਆ ਦੀ ਕਿਸਮਤ ਆਪੋ ਵਿੱਚ ਬੰਨੀ ਹੋਈ ਹੈ। ਦੂਜੀ ਵਿਸ਼ਵ ਜੰਗ ਅਤੇ ਉਸ ਪਿੱਛੋਂ ਬੇਅੰਤ ਜੰਗਾਂ ਏਸ਼ੀਆ, ਮੱਧ ਏਸ਼ੀਆ, ਦੱਖਣੀ ਅਮਰੀਕਾ ਅਤੇ ਸੋਵੀਅਤ ਸੰਘ ਨਾਲ ਠੰਡੀ ਜੰਗ ਦੇ ਪਿੱਛੇ ਬੈਂਕਰਾਂ ਦਾ ਪਰਛਾਵਾਂ ਸੀ, ਅਤੇ ਅੱਜ ਵੀ ਅਮਰੀਕਾ ਦੇ ਕੁੱਲ ਮੰਦ ਕਾਰਿਆਂ ਦੇ ਪਿੱਛੇ ਉਹ ਡਟ ਕੇ ਖੜੇ ਹਨ। ਕੁੱਲ ਅੰਤਰਰਾਸ਼ਟਰੀ ਜੰਗਾਂ ਮੁਜਰਮੀ ਕਾਰਵਾਈਆਂ ਸਨ ਜੋ ਅੰਤਰਰਾਸ਼ਟਰੀ ਕਾਨੂੰਨਾਂ ਦੇ ਸਾਹਮਣੇ ਸਜ਼ਾਵਾਂ ਲਈ ਫਰੋਲੀਆਂ ਜਾ ਸਕਦੀਆਂ ਹਨ, ਪਰ ਜਿਸ ਦੀ ਲਾਠੀ ਉਸ ਦੀ ਭੈਂਸ। ਹੁਣੇ ਜਿਹੇ ਮਿਟ ਰੋਮਨੀ ਨੇ ਕਿਤਾਬ ਛਾਪੀ ਹੈ ਕੋਈ ਖਿਮਾ ਨਹੀਂ, ਅਮਰੀਕਨ ਮਹਾਨਤਾ ਦੀ ਕਹਾਣੀ।
ਉਸ ਨੂੰ ਪੁੱਛਿਆ ਗਿਆ ਵੀ ਇਹ ਖਿਮਾ ਵਾਲੀ ਗੱਲ ਦਾ ਮਾਮਲਾ ਕੀ ਹੈ। ਉਸ ਜਵਾਬ ਦਿੱਤਾ, ਸਾਥੋਂ ਕੁਝ ਭੁੱਲਾਂ ਹੋਈਆਂ ਹਨ, ਪਰ ਸਾਡਾ ਰਿਕਾਰਡ ਹੈ ਕਿ ਅਸਾਂ ਕੁੱਲ ਦੁਨੀਆ ਅੰਦਰ ਆਜ਼ਾਦੀ, ਅਮਨ ਅਤੇ ਖੁਸ਼ਹਾਲੀ ਨੂੰ ਵਧਾਇਆ ਹੈ। ਵਾਸ਼ਿੰਗਟਨ ਅੰਦਰ ਇੰਜ ਵੀ ਕਿਹਾ ਜਾਂਦਾ ਕਿ ਅਮਰੀਕਾ ਨਾਲੋਂ ਕਈ ਹੋਰ ਦੇਸ਼ ਅੱਗੇ ਲੰਘ ਸਕਦੇ ਹਨ। ਜੇ ਇੰਜ ਹੋਇਆ ਤਾਂ ਆਜ਼ਾਦੀ ਅਤੇ ਵਿਸ਼ਵ ਸ਼ਾਂਤੀ ਖਤਰੇ ਵਿੱਚ ਪੈ ਜਾਣਗੀਆਂ। ਅਮਰੀਕਾ ਦੀਆਂ ਕੀਤੀਆਂ ਵਧੀਕੀਆਂ ਪਿੱਛੇ ਮੁਆਫੀ। ਰਾਮ ਰਾਮ ਬੋਲੋ ਜੀ। ਵੱਡੇ ਬੁਸ਼ ਦਾ ਇਸ ਬਾਰੇ ਬਿਆਨ ਇਹ ਸੀ, ਮੈਂ ਅਮਰੀਕਾ ਵੱਲੋਂ ਕਦਾਚਿਤ ਖਿਮਾ ਨਹੀਂ ਮੰਗਾਂਗਾ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਅਸਲੀਅਤ ਕੀ ਹੈ। ਇਹ ਬਿਆਨ ਉਸ ਨੇ ਉਸ ਸਮੇਂ ਦਿੱਤਾ ਜਦੋਂ ਅਮਰੀਕਨ ਨੇਵੀ ਦੀ ਇੱਕ ਮਿਜ਼ਾਈਲ ਨੇ 1988 ਵਿੱਚ ਈਰਾਨੀ ਸਿਵਲ ਹਵਾਈ ਸੇਵਾ ਨੰਬਰ 655 ਨੂੰ ਉਡਾ ਦਿੱਤਾ। ਇਸ ਉਡਾਣ ਵਿੱਚ 290 ਯਾਤਰੂ ਸਵਾਰ ਸਨ, ਜਿਨ੍ਹਾਂ ਵਿੱਚ 66 ਬੱਚੇ ਸਨ ਜਿਨ੍ਹਾਂ ਦੇ ਮਰ ਗਏ। ਉਹਨਾਂ ਲਈ ਤਾਂ ਇਸ ਬਿਆਨ ਨੇ ਮਲਮ ਦਾ ਕੰਮ ਕੀਤਾ ਹੋਵੇਗਾ। ਵੀਅਤਨਾਮ ਉੱਤੇ ਨੀਤੀਆਂ। ਅਮਰੀਕਨ ਗਾਂਧੀ ਮਾਰਟਨ ਲੂਥਰ ਕਿੰਗ ਨੇ 1967 ਵਿੱਚ ਇੱਕ ਤਕਰੀਰ ਸਮੇਂ ਕਿਹਾ, ਸਾਡੀਆਂ ਸਿੰਘ ਫਸਾਈਆਂ ਬੜੀਆਂ ਇਤਿਹਾਸਕ ਅਤੇ ਹਾਨੀਕਾਰਕ ਰਹੀਆਂ ਹਨ। 1945 ਵਿੱਚ ਵੀਅਤਨਾਮੀਆਂ ਨੇ ਫਰਾਂਸੀਸੀ ਅਤੇ ਜਾਪਾਨੀ ਗੁਲਾਮੀ ਦਾ ਜੂੜਾ ਲਾਇਆ। ਉਸ ਸਮੇਂ ਚੀਨ ਵਿੱਚ ਵੀ ਹਾਲਾਂ ਕਮਿਊਨਿਸਟ ਇਨਕਲਾਬ ਨਹੀਂ ਸੀ ਆਇਆ। ਹੋ ਚੀ ਮਿਨ ਦੀ ਅਗਵਾਈ ਹੇਠ ਉਹਨਾਂ ਨੇ ਅਮਰੀਕਨ ਆਜ਼ਾਦੀ ਦਾ ਐਲਾਨ ਦੀਆਂ ਨੀਹਾਂ ਉੱਤੇ ਆਪਣੇ ਸੰਵਿਧਾਨ ਨੂੰ ਨਕਸ਼ਬੰਦ ਕੀਤਾ, ਪਰ ਉਹਨਾਂ ਦੀ ਆਜ਼ਾਦੀ ਕਬੂਲ ਕਰਨ ਦੀ ਥਾਂ ਅਸਾਂ ਫਰਾਂਸ ਨੂੰ ਮਦਦ ਦੇਣ ਦੀ ਠਾਣੀ ਤਾਂ ਜੋ ਉਹ ਆਪਣੀ ਬਸਤੀ ਫੇਰ ਕਾਬੂ ਕਰ ਲਵੇ। ਸਾਡੀ ਗੌਰਮੈਂਟ ਦੀ ਇਹ ਸੋਚਣੀ ਸੀ ਕਿ ਵੀਅਤਨਾਮੀ ਲੋਕ ਹਾਲਾਂ ਆਜ਼ਾਦੀ ਲਈ ਤਿਆਰ ਨਹੀਂ ਹਨ। ਵੀਅਤਨਾਮੀ ਗੌਰਮੈਂਟ ਵਿੱਚ ਕੇਵਲ ਕੁਝ ਕੁ ਕਮਿਊਨਿਸਟ ਸਨ। ਇਸ ਕਿਸਾਨੀ ਦੇਸ਼ ਦੀ ਮੰਗ ਅਤੇ ਲੋੜ ਜ਼ਮੀਨੀ ਸੁਧਾਰ ਸਨ ਤਾਂ ਜੋ ਲੋਕ ਆਪਣਾ ਪਾਲਣ ਪੋਸ਼ਣ ਕਰ ਸਕਣ। ਪਰ ਅਸਾਂ 9 ਸਾਲ ਉਹਨਾਂ ਦੀ ਆਜ਼ਾਦੀ ਨੂੰ ਡੱਕਾ ਲਾਈ ਰੱਖਿਆ। ਜੰਗ ਦੇ ਆਖਰੀ ਸਮੇਂ ਅਸੀਂ ਫਰਾਂਸੀਸੀਆਂ ਦਾ 80% ਖਰਚਾ ਆਪਣੇ ਉੱਤੇ ਚੁੱਕ ਰਹੇ ਹਾਂ। ਯਾਦ ਰਹੇ, ਮਾਰਟਨ ਲੂਥਰ ਕਿੰਗ ਇਹ ਤਕਰੀਰ ਉਸ ਸਮੇਂ ਦੇ ਰਿਹਾ ਸੀ ਜਦੋਂ ਵੀਅਤਨਾਮ ਅੰਦਰ ਅਮਰੀਕਾ ਨੂੰ ਗਾੜੀ ਜੰਗ ਭੜਕਾ ਚੁੱਕਿਆਂ 3 ਸਾਲ ਹੋ ਗਏ ਸਨ। ਕਿੰਗ ਨੂੰ ਅਗਲੇ ਸਾਲ ਹੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਪਿੱਛੋਂ ਉਹਦੀ ਯਾਦ ਅਤੇ ਇੱਜ਼ਤ ਲਈ ਕਈ ਖੇਖਣ ਕੀਤੇ ਗਏ। ਜੰਗ ਤਾਂ 10 ਸਾਲ ਮਚਾਈ ਰੱਖਣ ਤੋਂ ਪਿੱਛੋਂ 1975 ਵਿੱਚ ਖਤਮ ਹੋਈ। ਨਿਰਾ ਵੀਅਤਨਾਮ ਹੀ ਨਹੀਂ, ਨਾਲ ਲੱਗਦੇ ਲਾਓਸ ਅਤੇ ਕੰਬੋਡੀਆ ਸਮੇਤ ਕੋਈ 45 ਲੱਖ ਸ਼ਹਿਰੀ ਕਤਲ ਕੀਤੇ ਗਏ। ਪਿੰਡਾਂ ਦੇ ਪਿੰਡ ਨੇਪਾਮ ਬੰਬਾਂ ਨਾਲ ਸਾੜ ਦਿੱਤੇ ਗਏ। ਪਰ ਅਸ਼ਕੇ ਇਸ ਖਿੱਤੇ ਦੇ ਲੋਕਾਂ ਦੇ ਜੋ 116 ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੀ ਆਜ਼ਾਦੀ ਲਈ ਸੰਘਰਸ਼ ਕਰਦੇ ਪਏ ਸਨ। ਜੰਗ ਨਾਲ ਅਮਲ ਕਰਨ ਵਾਲੀ ਅਮਰੀਕੀ ਫੌਜ ਦੇ ਕਰੀਬ 60,000 ਜਵਾਨ ਸ਼ਹੀਦ ਹੋਏ ਅਤੇ 3 ਲੱਖ ਤੋਂ ਵੱਧ ਜ਼ਖਮੀ ਹੋਏ। ਇਸ ਜੰਗ ਦਾ ਲਾਭ ਕਿਸ ਨੂੰ ਹੋਇਆ? ਅਮਰੀਕਾ ਨੂੰ ਨਹੀਂ। ਹਾਂ, ਜੰਗੀ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਚੋਖਾ ਲਾਭ ਹੋਇਆ। ਉਹਨਾਂ ਕੰਪਨੀਆਂ ਪਿੱਛੇ ਕੌਣ ਸੀ? ਉਹੀ ਵਿਸ਼ਵ ਵਿਆਪੀ ਬੈਂਕਰ ਜੋ ਕਮਾਈ ਹਥਿਆਰਾਂ ਉੱਤੇ, ਫਜ਼ੂਲ ਖਰਚੀ ਅਤੇ ਵਰਤੋਂ ਉੱਤੇ ਹੁੰਦੀ ਹੈ। ਕਿਸੇ ਹੋਰ ਢੰਗ ਨਾਲ ਨਹੀਂ ਹੋ ਸਕਦੀ। ਕੋਰੀਆ ਦੀ ਜੰਗ ਪਿੱਛੋਂ ਵਿਕਸਿਤ ਕੀਤੇ ਨਵੇਂ ਹਥਿਆਰ ਅਤੇ ਜ਼ਹਿਰੀਲੇ ਬੰਬ ਵਰਤ ਕੇ ਅਜ਼ਮਾਏ ਗਏ। ਵੀਅਤਨਾਮੀ ਪੜ੍ਹਾਈ ਪਿੱਛੋਂ ਦੇਸ਼ਾਂ ਉੱਤੇ ਨਵੇਂ ਹਮਲਿਆਂ ਲਈ ਹਥਿਆਰਾਂ ਵਿੱਚ ਹੋਰ ਤਰੱਕੀ ਕੀਤੀ ਗਈ। ਰੂਸ ਨਾਲ ਦੁਸ਼ਮਣੀ ਦਾ ਵਾਧਾ ਹੋਇਆ। ਉਸੇ ਦੀ ਕਿਰਪਾ ਨਾਲ ਵੀਅਤਨਾਮੀ ਪੇਂਡੂਆਂ ਨੇ ਮਿਜ਼ਾਈਲਾਂ ਵਰਤ ਕੇ B-52 ਜਿਹੇ ਉੱਚੇ ਉੱਡਣ ਵਾਲੇ ਬੰਬਾਰਾਂ ਨੂੰ ਮਾਰ ਕੇ ਹੇਠਾਂ ਸੁੱਟਿਆ। B-52 8 ਮੀਲ ਉੱਚਾ ਉੱਡਦਾ ਸੀ ਅਤੇ 500 ਪੌਂਡ ਭਾਰ ਦੇ 80 ਅਤੇ ਹੋਰ 750 ਪੌਂਡ ਦੇ 24 ਬੰਬਾਂ ਦੀ ਬਰਸਾਤ ਕਰਦਾ ਸੀ। ਹਰ ਇੱਕ ਬੰਬ ਦੇ ਨਾਲ 30 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਇਆ ਬਣਦਾ ਸੀ। ਪਰ ਜੇ ਇਹ ਹਵਾਈ ਕਿਲੇ ਹੀ ਡਿੱਗਣ ਲੱਗ ਪੈਣ ਤਾਂ ਵੀਅਤਨਾਮੀ ਜੰਗੀ ਮੁਹਿੰਮ ਦਾ ਖਾਤਮਾ ਨੇੜੇ ਹੀ ਸੀ। B-52 ਦੇ ਇੱਕ ਹਵਾਈ ਹਮਲੇ ਦੇ ਨਾਲ 2.25 ਵਰਗ ਕਿਲੋਮੀਟਰ ਧਰਤੀ ਪੂਰਨ ਰੂਪ ਵਿੱਚ ਨਸ਼ਟ ਹੋ ਜਾਂਦੀ ਸੀ। ਉਸ ਦੇ ਅੰਦਰ ਲੋਕ ਅਤੇ ਪਿੰਡ ਕਿੰਨੇ ਹੁੰਦੇ ਸਨ? ਵੀਅਤਨਾਮੀਆਂ ਦਾ ਕਸੂਰ ਕੀ ਸੀ? ਆਜ਼ਾਦ ਹੋ ਜਾਣ ਦੀ ਇੱਛਾ। ਉਹਨਾਂ ਨੇ ਫਰਾਂਸੀਸੀ ਅਤੇ ਜਾਪਾਨੀ ਸਾਮਰਾਜਾਂ ਨੂੰ ਪਛਾੜ ਕੇ
ਇੱਕ ਨਾਕਾਬਲੇ ਖਿਮਾ ਜ਼ੁਲਮ ਕੀਤਾ। ਉਹਨਾਂ ਦੇ ਬੇਅੰਤ ਇਲਾਕਿਆਂ ਉੱਤੇ ਕਮਿਆਈ ਜ਼ਹਿਰ ਏਜੰਟ ਆਰੇਂਜ ਖਿਲਾਰਿਆ ਗਿਆ। ਵੀਅਤਨਾਮੀਆਂ ਨੇ ਤਾਂ ਉਸ ਤੋਂ ਮਰਨਾ ਜਾਂ ਰੋਗੀ ਹੋਣਾ ਹੀ ਸੀ। ਧਰਤੀ ਦੇ ਉੱਤੇ ਲੜਦੇ ਚੋਖੇ ਅਮਰੀਕੀ ਸਿਪਾਹੀ ਵੀ ਘਾਇਲ ਹੋਏ। ਸਰਕਾਰ ਨੇ ਅਜੇ ਤੱਕ ਆਪਣੀ ਭੁੱਲ ਮੰਨ ਕੇ ਨਾ ਮੁਆਫੀ ਮੰਗੀ ਹੈ ਅਤੇ ਨਾ ਹੀ ਮੁਆਵਜ਼ਾ ਦਿੱਤਾ। ਕੈਂਸਰ ਅਤੇ ਬੇਅੰਤ ਹੋਰ ਰੋਗਾਂ ਦੇ ਨਾਲ ਜ਼ਖਮੀ ਫੌਜੀਆਂ ਦੀ ਬਹੁ ਗਿਣਤੀ ਅੱਲਾ ਨੂੰ ਪਿਆਰੀ ਹੋ ਚੁੱਕੀ ਹੈ। ਵੀਅਤਨਾਮ ਦਾ ਥੋੜ੍ਹਾ ਜਿਹਾ ਪਿਛੋਕੜ ਇਸ ਪਿੱਛੇ ਦਿੱਤਾ ਹੈ ਕਿ ਅੱਜ ਦੇ ਇਰਾਕੀ, ਅਫਗਾਨਿਸਤਾਨੀ ਅਤੇ ਪਾਕਿਸਤਾਨੀ ਇਲਾਕਿਆਂ ਅੰਦਰ ਅਮਰੀਕੀ ਨਾਟੋ ਫੌਜੀ ਕਾਰਵਾਈਆਂ ਦੀ ਤੇਜ਼ੀ ਅਤੇ ਗਹਿਰਾਈ ਨੂੰ ਸਮਝਣ ਵਿੱਚ ਕੁਝ ਮਦਦ ਮਿਲ ਸਕੇ। ਹਮੇਸ਼ਾ ਦੇ ਵਾਂਗ ਦੜ ਵੱਟ ਜ਼ਮਾਨਾ ਕੱਟ ਦੇ ਨਾਲ ਭਲੇ ਦਿਨ ਨਹੀਂ ਆ ਸਕਦੇ, ਕੇਵਲ ਸਾਮਰਾਜ ਨੂੰ ਪਛਾੜਨ ਦੇ ਨਾਲ ਆ ਸਕਣਗੇ। ਅੱਜ ਉਹ ਵੀ ਅਤਿਅੰਤ ਸ਼ਕਤੀਸ਼ਾਲੀ ਅਤੇ ਢੀਠ ਹੈ। 9 ਸਾਲਾਂ ਤੋਂ ਚੱਲਦੀ ਆ ਰਹੀ ਖਰਚੀਲੀ ਜੰਗ ਨੇ ਉਸ ਦਾ ਘਰੇਲੂ ਸਤਿਆਨਾਸ਼ ਕੀਤਾ ਹੈ, ਪਰ ਉਸਦੇ ਚਾਲੇ ਬਦਲੇ ਨਹੀਂ। ਉਹ ਤਾਂ ਅਗਲਾ ਯੁੱਧ ਈਰਾਨ ਦੇ ਉੱਤੇ ਛੇੜਨ ਦੇ ਬਹਾਨੇ ਢੂੰਡ ਰਿਹਾ ਹੈ। ਆਓ ਜਰਾ ਈਰਾਨ ਦੇ ਨਾਲ ਪਿਛਲੀ ਪ੍ਰੇਮ ਕਹਾਣੀ ਦੀ ਸਾਰ ਲੈ ਲਈਏ। 1953 ਵਿੱਚ ਈਰਾਨ ਦਾ ਪ੍ਰਧਾਨ ਮੰਤਰੀ ਸੀ ਮੁਹੰਮਦ ਮੁਸੱਦਕ। ਉਸ ਨੂੰ ਲੋਕਾਂ ਨੇ ਖੁੱਲ੍ਹੀਆਂ ਚੋਣਾਂ ਦੇ ਨਾਲ ਚੁਣਿਆ ਸੀ। ਉਸ ਨੇ ਈਰਾਨ ਦੇ ਤੇਲ ਨੂੰ ਲੁੱਟ ਖਸੁੱਟ ਤੋਂ ਬਚਾ ਕੇ ਦੇਸ਼ ਦੀ ਮਲਕੀਅਤ ਬਣਾ ਦਿੱਤਾ। ਇਸ ਦੇ ਨਾਲ ਸਾਮਰਾਜੀ ਸ਼ਕਤੀਆਂ ਨੂੰ ਢਿੱਡ ਪੀੜ ਤਾਂ ਹੋਣੀ ਹੀ ਸੀ। ਪ੍ਰਧਾਨ ਆਈਜ਼ਨਹਾਵਰ ਦੀ ਛਤਰ ਛਾਇਆ ਹੇਠ CIA ਨੇ ਪ੍ਰਧਾਨ ਮੰਤਰੀ ਮੁਸੱਦਕ ਦਾ ਤਖਤਾ ਉਲਟਾ ਕੇ ਉਸ ਦਾ ਕਤਲ ਕੀਤਾ ਅਤੇ ਰਾਜ ਕਰਨ ਲਈ ਬਿਠਾਲ ਦਿੱਤੇ ਬਾਦਸ਼ਾਹ ਮੁਹੰਮਦ ਰਜ਼ਾ ਪਹਿਲਵੀ ਜਾਂ ਸ਼ਾਹ ਈਰਾਨ। ਸ਼ਾਹ ਜੀ ਨੇ ਆਪਣੇ ਪੈਰ ਜਮਾਉਣ ਲਈ ਅਤੇ ਰਾਜ ਕਾਇਮ ਰੱਖਣ ਲਈ ਕੁੱਲ ਦੇਸ਼ ਦੇ ਅੰਦਰ ਖੁਫੀਆ ਪੁਲਿਸ ਦਾ ਜਾਲ ਵਿਛਾ ਦਿੱਤਾ। ਦਹਿਸ਼ਤੀ ਰਾਜ ਅੰਦਰ ਉਸ ਨੇ ਦੇਸ਼ ਨੂੰ ਆਧੁਨਿਕ ਬਣਾਉਣ ਲਈ ਵੀ ਚੋਖਾ ਖਰਚ ਕੀਤਾ। ਅਮਰੀਕਨ ਕੰਪਨੀਆਂ ਤੇਲ ਭੰਡਾਰ ਕਾਬੂ ਕਰ ਗਈਆਂ। ਉਹਨਾਂ ਦੀ ਰਿਆਲਟੀ ਨਾਲ ਹੀ ਈਰਾਨੀ ਸ਼ਹਿਰ ਖੂਬਸੂਰਤ ਹੋਏ। ਬੇਅੰਤ ਹਸਪਤਾਲ ਅਤੇ ਸਿਖਲਾਈ ਅਦਾਰੇ ਖੋਲ੍ਹੇ ਗਏ। ਕਿਹਾ ਗਿਆ ਕਿ ਤੇਲ ਭੰਡਾਰ ਤਾਂ ਇੱਕ ਦਿਨ ਮੁੱਕ ਜਾਣਗੇ, ਇਸ ਲਈ ਇੱਥੇ ਪਰਮਾਣੂ ਸ਼ਕਤੀ ਦਾ ਵਿਕਾਸ ਹੋਣਾ ਚਾਹੀਦਾ ਹੈ। ਇਸ ਪਿੱਛੋਂ 2 ਦਰਜਨ ਤੋਂ ਵੱਧ ਐਟਮਿਕ ਰਿਐਕਟਰ ਅਮਰੀਕਨ ਕੰਪਨੀਆਂ ਵੱਲੋਂ ਬਣਨੇ ਸ਼ੁਰੂ ਹੋ ਗਏ। ਵੇਖਣ ਨੂੰ ਈਰਾਨ ਦਾ ਯੂਰਪੀਕਰਨ ਹੋ ਰਿਹਾ ਸੀ, ਪਰ ਹੇਠਾਂ ਖਲਕਤ ਸ਼ਾਹ ਦੀ ਖੁਫੀਆ ਪੁਲਿਸ ਹੱਥੋਂ ਚੋਖੀ ਦੁਖੀ ਸੀ। ਟੈਲੀਵਿਜ਼ਨ ਉੱਤੇ ਕੇਵਲ 2 ਹੀ ਜਣੇ ਛਾਏ ਹੋਏ ਸਨ, ਸ਼ਾਹ ਈਰਾਨ ਅਤੇ ਮਲਕਾ ਸੁਰਈਆ। ਆਈਜ਼ਨਹਾਵਰ ਦੀ ਸਵਕਿਰਤੀ ਨਾਲ 1953 ਵਿੱਚ ਈਰਾਨੀ ਰਾਜ ਪਲਟਾ ਅਖੀਰ ਮਹਿੰਗਾ ਪਿਆ। ਸ਼ਾਹ ਦੇ ਸ਼ਖਸੀ ਰਾਜ ਅਤੇ ਜ਼ੁਲਮ ਨੇ ਖਲਕਤ ਨੂੰ ਖਾਲਕ ਬਣਾ ਕੇ 1979 ਵਿੱਚ ਈਰਾਨ ਦੇ ਅੰਦਰ ਇਨਕਲਾਬ ਲੈ ਆਂਦਾ। ਸ਼ਾਹ ਨੂੰ ਭੱਜਣਾ ਪਿਆ। ਈਰਾਨ ਦੀ ਇਸਲਾਮੀ ਹਕੂਮਤ ਹੋਂਦ ਵਿੱਚ ਆਈ। 1979 ਦਾ ਈਰਾਨੀ ਇਨਕਲਾਬ ਮੇਰੇ ਲਈ ਭੇਦ ਭਰਿਆ ਹੈ। ਮੈਂ ਸਮਝਦਾ ਹਾਂ ਕਿ ਪਿਛਲੀ ਸਦੀ ਦੀ ਇਹ ਸਭ ਤੋਂ ਵੱਡੀ ਘਟਨਾ ਸੀ। ਸਥਾਨਕ ਲੋਕਾਂ ਨੇ, ਸਧਾਰਨ ਲੋਕਾਂ ਨੇ ਸ਼ਾਹ ਦੀ ਸ਼ਕਤੀਸ਼ਾਲੀ ਜਕੜ ਨੂੰ ਕਿਵੇਂ ਪੋਲਾ ਕੀਤਾ ਅਤੇ ਤੋੜਿਆ, ਉਹ ਵੀ ਬਿਨਾਂ ਕਿਸੇ ਬਾਹਰੀ ਸ਼ਕਤੀ ਦੀ ਮਦਦ ਦੇ ਇੱਕ ਖੋਜੀ ਨਾਵਲ ਦਾ ਵਿਸ਼ਾ ਬਣ ਸਕਦੀ ਹੈ। 1953 ਦੇ ਈਰਾਨੀ ਰਾਜ ਪਲਟੇ ਅਤੇ ਢਾਏ ਗਏ ਜ਼ੁਲਮਾਂ ਲਈ ਮੁਆਫੀ ਨਹੀਂ ਮੰਗਣੀ। ਸਾਲ 2000 ਵਿੱਚ ਰਾਜ ਸਕੱਤਰ ਮੈਡਲਿਨ ਅਲਬਰਾਈਟ ਬਸ ਇੱਥੋਂ ਤੱਕ ਮੁਆਫੀ ਮੰਗ ਸਕੀ। ਆਈਜ਼ਨਹਾਵਰ ਪ੍ਰਸ਼ਾਸਨ ਇਹ ਮੰਨਦਾ ਸੀ ਕਿ ਲੰਬੀ ਸੋਚ ਅਨੁਸਾਰ ਉਹਨਾਂ ਨੇ ਜੋ ਵੀ ਕੀਤਾ ਠੀਕ ਕੀਤਾ, ਪਰ ਇਸ ਰਾਜ ਪਲਟੇ ਨੇ ਈਰਾਨ ਦੀ ਸਿਆਸੀ ਤਰੱਕੀ ਨੂੰ ਪਿੱਛੇ ਰੋਕਿਆ। ਅਗਲੇ ਲਫ਼ਜ਼ ਗੌਰ ਕਰਨ ਵਾਲੇ ਹਨ। ਇਹ ਆਸਾਨੀ ਨਾਲ ਸਮਝ ਆਉਂਦੀ ਹੈ ਕਿ ਲੋਕ ਹਾਲ ਦੀ ਅਮਰੀਕਨ ਦਖਲ ਅੰਦਾਜ਼ੀ ਦੇ ਵਿਰੁੱਧ ਕਿਉਂ ਹਨ। ਇਹ ਜੇ ਹੁਣ ਤੱਕ ਦੀ ਵੱਡੀ ਤੋਂ ਵੱਡੀ ਮੁਆਫੀ, ਜਿਵੇਂ ਤੂੜੀ ਦੇ ਵੱਡੇ ਭੰਡਾਰ ਦੇ ਹੇਠਾਂ ਇੱਕ ਸੂਈ, ਬੈਂਕਰ ਜ਼ੋਰਾਵਰ ਨੂੰ ਨਕੇਲ ਪਾਉਣ ਵਾਲਾ ਕੋਈ ਰਿਹਾ ਨਹੀਂ। ਉਹ ਆਪ ਹੀ ਥਾਂ ਥਾਂ ਲੁਕਾਈ ਨੂੰ ਆਪਣੀ ਸਰਬ ਵਿਆਪੀ ਸ਼ਕਤੀ ਦਾ ਵਿਖਾਵਾ ਕਰਨ ਲਈ ਡਾਕੂ ਜੰਗਾਂ ਦੀ ਦਲਦਲ ਵਿੱਚ ਖੁੱਭਦਾ ਜਾ ਰਿਹਾ ਹੈ। ਅੰਤ ਉਸ ਦਾ ਨੇੜੇ ਹੈ ਜਾਂ ਉਹ ਮਨੁੱਖਤਾ ਦਾ ਅੰਤ ਕਰੇਗਾ। ਕਿਤਾਬ ਸੱਚ ਦੀ ਭਾਲ ਵਿੱਚ ਲੇਖਕ ਡਾਕਟਰ ਦਲਜੀਤ ਸਿੰਘ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਗਰੁੱਪ ਵਾਲੀ ਸਬਸਕ੍ਰਾਈਬ ਕਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।